ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ ਭੀਤਰ ਬੱਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਣ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਚੌਥਾ। ਹਰ ਹਰ ਨਾਮ ਜਪੋ ਮਨ ਮੇਰੇ
ਸਭ ਕਿਲ ਵਿਖ ਕਾਟੈ ਹਰ ਤੇਰੇ। ਹਰ ਹਰ ਨਾਮ ਜਪੋ ਮਨ ਮੇਰੇ। ਸਭ ਕਿਲ ਵਿਖ ਕਾਟੈ ਹਰ ਤੇਰੇ। ਹਰ ਤਨ ਰਾਖੋ ਹਰ ਧਨ ਸੰਚੋ। ਹਰ ਚਲਦਿਆਂ ਨਾਲ ਸਖਾਈ ਜੀਓ। ਜਿਸਨੋ ਕਿਰਪਾ ਕਰੇ ਸੋ ਧਿਆਵੈ। ਨਿਤ ਹਰ ਜਪ ਜਾਪੈ। ਜਪ ਹਰ ਸੁਖ ਪਾਵੈ। ਗੁਰ ਪ੍ਰਸਾਦੀ ਹਰ ਰਸ ਆਵੈ। ਜਪ ਹਰ ਹਰ ਪਾਰ ਲੰਘਾਈ ਜੀਓ। ਰਹਾਉ ਨਿਰਭਉ ਨਿਰੰਕਾਰ ਸਤਿਨਾਮ। ਜਗ ਮਹਿ ਸ੍ਰੇਸ਼ਟ ਊਤਮ ਕਾਮ। ਦੁਸ਼ਮਨ ਦੂਤ ਜਮ ਕਾਲ ਠੇਹ ਮਾਰੋ। ਹਰ ਸੇਵਕ ਨੇੜ ਨ ਜਾਈ ਜੀਓ। ਜਿਸ ਉਪਰ ਹਰ ਕਾ ਮਨ ਮਾਨਿਆ। ਸੋ ਸੇਵਕ ਚੌਹ ਜੁਗ ਚੌਹ ਕੁੰਟ ਜਾਣਿਆ। ਜੇ ਉਸ ਕਾ ਬੁਰਾ ਕਹੈ ਕੋਈ ਪਾਪੀ। ਤਿਸ ਜਮ ਕੰਕਰ ਖਾਈ ਜੀਓ। ਸਭ ਮਹਿ ਏਕ ਨਿਰੰਜਨ ਕਰਤਾ। ਸਭ ਕਰ ਕਰ ਵੇਖੈ ਆਪਣੇ ਚਲਤਾ। ਜਿਸ ਹਰ ਰਾਖੈ ਤਿਸ ਕੌਣ ਮਾਰੈ। ਜਿਸ ਕਰਤਾ ਆਪ ਛਡਾਈ ਜੀਓ। ਹੋਂ ਅਨਦਿਨ ਨਾਮ ਲਈ ਕਰਤਾਰੇ। ਜਿਨ ਸੇਵਕ ਭਗਤ ਸਭੇ ਨਿਸਤਾਰੇ। 10 8 4 ਵੇਦ ਸਭ ਪੂਛੋ। ਜਨ ਨਾਨਕ ਨਾਮ ਛਡਾਈ ਜੀਓ। ਜਿਨ ਧਉ ਅਨ ਦਿਨ ਨਾਮ ਲਈ ਕਰਤਾਰੇ। ਜਿਨ ਸੇਵਕ ਭਗਤ ਸਭੇ ਨਿਸਤਾਰੇ। 10 8 4 ਵੇਦ ਸਭ ਪੂਛੋ। ਜਨ ਨਾਨਕ ਨਾਮ ਛਡਾਈ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰੱਖਿਅਕ, ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ
ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ, ਜੋ ਆਪ ਜੀ ਨੇ ਪਾਵਨ ਸ਼ਬਦ ਸ਼ਰਵਣ ਕੀਤਾ ਹੈ। ਕੱਲ ਵਾਲੀ ਵਿਚਾਰ ਦੇ ਵਿੱਚ ਪਹਿਲੇ 2 ਪਦਿਆਂ ਤੱਕ ਆਪ ਜੀ ਨੇ ਰਹਾਉ ਵਾਲੀ ਪੰਕਤੀ ਤੱਕ ਇਸ ਪਾਵਨ ਸ਼ਬਦ ਦੀ ਵਿਚਾਰ ਸ਼ਰਵਣ ਕੀਤੀ ਸੀ, ਜਿਹਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ, ਹੇ ਮੇਰੇ ਮਨਾ, ਨੇਤਾ ਪ੍ਰਤੀ ਤੂੰ ਹਰੀ ਦੇ ਨਾਮ ਨੂੰ ਜਪਣਾ ਕਰ। ਹਰੀ ਦਾ ਨਾਮ ਜਪਣ ਨਾਲ ਕੀ ਹੋਵੇਗਾ? ਤੇ ਸਤਿਗੁਰੂ ਕਹਿੰਦੇ, ਹਰੀ ਨੇ ਤੇਰੇ ਸਾਰੇ ਕੀਤੇ ਹੋਏ ਕਿਲ ਵਿਖ ਦਾ ਭਾਵ ਹੈ ਛੋਟੇ ਵੱਡੇ ਪਾਪ, ਸਮੂਹ ਪਾਪ, ਤੇਰੇ ਸਾਰੇ ਕੀਤੇ ਹੋਏ ਪਾਪਾਂ ਦਾ ਹਰੀ ਨੇ ਨਿਵਰਤੀ ਕਰ ਦੇਣੀ ਹੈ। ਇਹ ਸਾਰੇ ਤੇਰੇ ਪਾਪਾਂ ਦਾ ਕਰਜ਼ਾ ਤੇਰੇ ਸਿਰ ਉੱਤੋਂ ਲੱਥ ਜਾਵੇਗਾ ਨਾਮ ਜਪਣ ਦੇ ਨਾਲ। ਇਸ ਕਰਕੇ ਤੂੰ ਨਾਮ ਜਪ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਅਗਲੀ ਪੰਕਤੀ ਕਿਰਪਾ ਕਰਦੇ ਨੇ, ਕਿਉਂਕਿ ਮਨੁੱਖ ਦੀ ਸੋਚ ਦੇਖੀ ਪਦਾਰਥਵਾਦੀ ਸੋਚ ਵਾਲਾ ਹੋਣ ਕਰਕੇ ਮਹਿਕੀ ਪਦਾਰਥਾਂ ਵਿੱਚ ਖਚਤ ਹੋਣ ਕਰਕੇ ਮਨੁੱਖ ਗੁਰੂ ਸਵਾਰੇ ਦੁਨਿਆਵੀ ਧਨ ਨੂੰ ਕਤਰ ਕਰਦਾ ਫਿਰਦਾ ਹੈ, ਦਿਨ ਰਾਤ ਇੱਕ ਕਰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ, ਅਸੀਂ ਕਿਹੜਾ ਧਨ ਇਕੱਤਰ ਕਰਨਾ ਹੈ? ਗੁਰੂ ਸਾਹਿਬਾਨ ਕਹਿੰਦੇ, ਹਰ ਧਨ ਰਾਖੋ ਹਰ ਧਨ ਸੰਚੋ। ਹੇ ਭਾਈ, ਆਪਣੇ ਕੋਲ ਹਰੀ ਪਰਮਾਤਮਾ ਦੇ ਨਾਮ ਦੇ ਧਨ ਨੂੰ ਸਾਂਭ ਕੇ ਰੱਖਣਾ ਕਰੋ। ਹਰੀ ਦਾ ਨਾਮ ਰੂਪੀ ਧਨ ਸੰਚਰ ਇਕੱਤਰ ਕਰੋ। ਇਹੀ ਹਰੀ ਦਾ ਨਾਮ ਰੂਪੀ ਜਿਹੜਾ ਧਨ ਹੈ, ਇਹ ਤੇਰੇ ਨਾਲ ਚੱਲੇਗਾ ਅੰਤ ਵੇਲੇ। ਇਸ ਲੋਕ ਵਿੱਚ ਵੀ ਤੇਰੀ ਸਹਾਇਤਾ ਕਰਨ ਵਾਲਾ ਤੇ ਪਰਲੋਕ ਦੇ ਵਿੱਚ ਵੀ। ਬਾਕੀ ਸਭ ਕੁਝ ਤੇ ਇੱਥੇ ਹੀ ਰਹਿ ਜਾਣਾ। ਕੇਵਲ ਕੇਵਲ ਨਾਮ ਆਧਾਰ, ਨਾਮ ਜਪ ਕੇ ਪਾਰ ਉਤਾਰਾ ਹੋਣਾ ਹੈ। ਜਪਿਆ ਹੋਇਆ ਨਾਮ, ਕੀਤੇ ਹੋਏ ਚੰਗੇ ਕਰਮ, ਇਹ ਜੀਵ ਦੇ ਨਾਲ ਨਿਭਦੇ ਨੇ। ਇਸ ਕਰਕੇ ਸਤਿਗੁਰੂ ਜੀ ਫਿਰ ਇਹ ਨਾਮ ਹਰ ਇੱਕ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਕਹਿੰਦੇ ਭਾਈ ਜਿਹਦੇ ਉੱਤੇ ਉਹ ਮਾਲਕ ਕਿਰਪਾ ਕਰਦਾ, ਮਿਹਰ ਕਰਦਾ ਨਾ, ਤੇ ਮਾਲਕ ਦੀ ਕਿਰਪਾ ਦਾ ਮਿਹਰ ਦੀ ਨਾਲ ਹੀ ਫਿਰ ਉਹ ਜੀਵ ਹਰੀ ਦੇ ਨਾਮ ਨੂੰ ਧਿਆਉਂਦਾ ਹੈ। ਉਹ ਨਿਤਾ ਪ੍ਰਤੀ 8 ਪਹਿਰ ਹਰੀ ਦੇ ਨਾਮ ਦਾ ਜਾਪ ਜਪਦਾ, ਹਰੀ ਪਰਮਾਤਮਾ ਦੀ ਸਿਫਤਸਲਾ ਕਰਦਾ ਹੈ। ਨਾਮ ਜਪ ਕੇ ਉਸ ਪਿਆਰੇ ਨੂੰ ਕੋਈ ਜੀਵਨ ਦੇ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਪਰ ਇਹ ਨਾਮ ਮਿਲਦਾ ਕਿੱਥੋਂ ਹੈ? ਤੇ ਗੁਰੂ ਸਾਹਿਬਾਨ ਜੀ ਕਹਿੰਦੇ, ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੀ ਮਿਹਰ ਹੁੰਦੀ ਹੈ, ਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਦੀ ਸਾਨੂੰ ਪ੍ਰਾਪਤੀ ਨਹੀਂ ਹੋ ਸਕਦੀ ਹੈ। ਕਿਉਂਕਿ ਆਪਾਂ ਗੁਰਬਾਣੀ ਵਿੱਚ ਬਚਨ ਪੜ੍ਹਦੇ ਹਾਂ ਪਾਤਸ਼ਾਹ ਜੀ ਦੇ ਕਿ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੈ। ਗੁਰੂ ਹੀ ਸਾਡੇ ਉੱਤੇ ਬਖਸ਼ਿਸ਼ ਕਰਦਾ, ਜਿਸ ਕਰਕੇ ਗੁਰੂ ਸਵਾਰੇ ਫਿਰ ਸਾਡੇ ਹਿਰਦੇ ਅੰਦਰ ਨਾਮ ਵਸ ਜਾਂਦਾ ਹੈ। ਨਾਮ ਜਪਣ ਦੀ ਜੁਗਤੀ ਗੁਰੂ ਪਾਸ ਹੈ, ਗੁਰੂ ਆਪਣੇ ਸਿੱਖਾਂ ਨੂੰ ਦਿੰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਭਾਈ ਜਦੋਂ ਗੁਰੂ ਦੀ ਪ੍ਰਸਾਦ ਕਿਰਪਾ ਹੁੰਦੀ ਹੈ, ਫਿਰ ਨਾਮ ਦਾ ਰਸ ਆਉਂਦਾ ਹੈ।
ਫਿਰ ਉਹ ਜੀਵ ਅੱਠੇ ਪਹਿਰ ਪਰਮਾਤਮਾ ਦਾ ਨਾਮ ਜਪਦਾ, ਹਰੀ ਹਰੀ ਜਪਦਾ। ਹਰੀ ਦਾ ਨਾਮ ਹੀ ਉਸ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਉਹ ਜੀਵ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਇਹ ਵਿਚਾਰ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾਂ ਵਿੱਚ ਸਰਵਣ ਕੀਤੀ ਸੀ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਗਲੇ ਪਦੇ ਵੀ ਸਾਡੇ ਉੱਤੇ ਕਿਰਪਾ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਿਰਭਉ ਨਿਰੰਕਾਰ ਸਤਨਾਮ, ਜਗ ਮਹਿ ਸ੍ਰੇਸ਼ਟ ਊਤਮ ਕਾਮ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਸਵਾਲ ਕੀਤਾ ਗਿਆ ਕਿ ਸੱਚੇ ਪਾਤਸ਼ਾਹ ਜੀ, ਜਿਸ ਹਰੀ ਦਾ, ਪਰਮੇਸ਼ਰ ਦਾ ਆਪ ਜੀ ਸਾਨੂੰ ਨਾਮ ਜਪਣ ਦਾ ਹੁਕਮ ਕਰਦੇ ਹੋ ਕਿ ਭਾਈ ਨਾਮ ਜਪੋ, ਨਾਮ ਜਪ ਕੇ ਪਾਰ ਉਤਾਰਾ ਹੋਣਾ ਹੈ, ਅਤੇ ਪਾਤਸ਼ਾਹ ਉਹ ਪਰਮੇਸ਼ਰ ਵਾਹਿਗੁਰੂ ਹੈ ਕਿਹੋ ਜਿਹਾ, ਕਿਹੜੇ ਕਿਹੜੇ ਉਹਦੇ ਵਿੱਚ ਗੁਣ ਨੇ, ਆਪ ਜੀ ਬਖਸ਼ਿਸ਼ ਕਰਕੇ ਦੱਸੋ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਉੱਤਰ ਦਿੰਦੇ ਨੇ ਕਿ ਪਹਿਲਾ ਗੁਣ ਹੈ ਪਰਮਾਤਮਾ 'ਚ ਨਿਰਭਉ। ਉਹ ਡਰ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਕਿਉਂਕਿ ਆਮ ਤੌਰ 'ਤੇ ਮਨੁੱਖ ਨੂੰ ਮਨੁੱਖ ਦਾ ਡਰ ਸਤਾਉਂਦਾ ਹੈ। ਇੱਕ ਦੇਸ਼ ਦਾ ਰਾਜਾ ਗੁਆਂਢੀ ਦੇਸ਼ ਦੇ ਰਾਜੇ ਤੋਂ ਡਰਦਾ ਹੈ। ਉਹਦੇ ਮਨ ਵਿੱਚ ਇਹ ਡਰ ਖੌਫ ਹੈ, ਕਿਤੇ ਇਹ ਗੁਆਂਢੀ ਦੇਸ਼ ਦਾ ਰਾਜਾ ਮੇਰੇ ਉੱਤੇ ਹਮਲਾ ਕਰਕੇ ਮੇਰੇ ਰਾਜ ਭਾਗ ਉੱਤੇ ਕਾਬਜ਼ ਨਾ ਹੋ ਜਾਵੇ। ਅਤੇ ਇਸ ਤਰ੍ਹਾਂ ਗੁਰੂ ਸਰ ਇੱਕ ਦੇਸ਼ ਦੀ ਗੱਲ ਕੀ, ਮਾਨੋ ਜਿਹੜਾ ਵੱਡੇ ਤੋਂ ਵੱਡਾ ਰਾਜਾ ਨਾ, ਚੱਕਰਵਰਤੀ ਰਾਜਾ, ਉਹਦੇ ਮਨ ਵਿੱਚ ਵੀ ਕਿਸੇ ਨਾ ਕਿਸੇ ਪ੍ਰਕਾਰ ਦਾ ਡਰ ਖੌਫ ਨੂੰ ਹਰ ਸਮੇਂ ਸਤਾਉਂਦਾ ਹੈ। ਇਹ ਸਾਰੇ ਜਿੰਨੇ ਵੀ ਸੰਸਾਰ ਦੇ ਰਾਜੇ ਨੇ, ਰਾਜੇ ਮਹਾਰਾਜੇ ਨੇ, ਬਾਦਸ਼ਾਹ ਹਨ, ਜਿੰਨੇ ਵੀ ਲੋਕ ਨੇ, ਇਹ ਸਾਰੇ ਭੈ ਦੇ ਵਿੱਚ ਨੇ, ਇਹ ਡਰਪੋਕ ਨੇ, ਡਰਦੇ ਨੇ ਕਿਸੇ ਨਾ ਕਿਸੇ ਪਾਸੋਂ। ਪਰ ਪ੍ਰਮਾਤਮਾ ਜਿਹੜਾ ਗੁਰੂ ਸਰ ਐਸਾ ਰਾਜਾ ਹੈ ਜਿਹੜਾ ਨਾ ਕਿਸੇ ਤੋਂ ਡਰਦਾ ਹੈ, ਜਿਹਦੇ ਮਨ ਕਿਸੇ ਪ੍ਰਕਾਰ ਦਾ ਡਰ ਭੋ ਨਹੀਂ ਹੈ, ਉਹ ਭੈ ਤੋਂ ਰਹਿਤ ਹੈ। ਉਸ ਪਰਮੇਸ਼ਰ ਰੂਪੀ ਰਾਜੇ ਦੇ ਬਾਬਤ ਗੁਰੂ ਜੀ ਬਚਨ ਕਰਦੇ ਨੇ ਕਿ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਨ ਦੁਆਰ ਤੋਹੇ। ਧੰਨ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਹੇ ਪਰਮਾਤਮਾ, ਆਪ ਜੀ ਰਾਜਿਆਂ ਦੇ ਰਾਜੇ ਹੋ, ਅਤੇ ਆਪ ਜੀ ਦਾ ਮੁੱਢ ਕਦੀਮਾਂ ਤੋਂ ਇਹ ਬਿਰਧ ਹੈ ਕਿ ਆਪ ਜੀ ਗਰੀਬਾਂ ਨੂੰ, ਨਿਮਾਣਿਆਂ ਨੂੰ ਨਿਵਾਜਣ ਵਾਲੇ ਹੋ। ਮੈਂ ਤੇਰੇ ਦਰ 'ਤੇ ਤੇਰਾ ਦਾਸ ਜਾਣ, ਮੈਂ ਤੇਰਾ ਦਾਸ ਹਾਂ, ਸੇਵਕ ਹਾਂ, ਆਪਣਾ ਸੇਵਕ ਜਾਣ ਕੇ ਮੇਰੇ ਉੱਤੇ ਕਿਰਪਾ ਕਰੋ ਮਾਲਕ ਜੀ। ਮੈਂ ਸਾਰੇ ਆਸਰੇ ਛੱਡ ਕੇ ਕੇਵਲ ਆਪ ਜੀ ਦਾ ਆਸਰਾ ਤੱਕਿਆ ਹੈ, ਮੇਰੇ ਉੱਤੇ ਬਖਸ਼ਿਸ਼ ਕਰਨਾ ਕਰੋ। ਸੋ ਗੁਰੂ ਸਵਾਰੇ ਇਸ ਪ੍ਰਕਾਰ ਜਿਹੜਾ ਪਰਮੇਸ਼ਰ ਰੂਪੀ ਰਾਜਾ ਨਾ, ਉਸ ਰਾਜੇ ਦੀ ਬਰੋਬਰਤਾ ਕੋਈ ਨਹੀਂ ਕਰ ਸਕਦਾ ਹੈ। ਉਸ ਮਾਲਕ ਨੂੰ ਫਿਰ ਕਿਸੇ ਦਾ ਡਰ ਨਹੀਂ ਹੈ, ਖੌਫ ਨਹੀਂ ਹੈ, ਉਹ ਭੈ ਤੋਂ ਰਹਿਤ ਹੈ। ਤਾਈਓ ਗੁਰੂ ਪਾਤਸ਼ਾਹ ਨੇ ਬਚਨ ਕਰ ਦਿੱਤੇ ਨੇ ਕਿ ਨਿਰਭਉ ਜਪੈ ਸਗਲ ਭਉ ਮਿਟੈ,
ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਕਹਿੰਦੇ ਨੇ ਜਦੋਂ ਨਿਰਭਉ ਨੂੰ ਜਪਾਂਗੇ, ਕਹਿੰਦੇ ਜੀਵ ਤੇਰੇ ਅੰਦਰੋਂ ਵੀ ਸਾਰੇ ਡਰ ਭੈ ਖਤਮ ਹੋ ਜਾਣਗੇ। ਨਿਰਭਉ ਨੂੰ ਜਪ ਕੇ ਤੂੰ ਵੀ ਭੈ ਤੋਂ ਰਹਿਤ ਹੋ ਜਾਵੇਗਾ, ਕਿਉਂਕਿ ਉਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੋਵੇਗੀ, ਮਿਹਰ ਹੋਵੇਗੀ। ਇਸ ਬਖਸ਼ਿਸ਼ ਦੇ ਸਦਕਾ ਫਿਰ ਉਹ ਜੀਵ ਗੁਰੂ ਸਵਾਰਿਓ ਜਮਾਂ ਦੀ ਮਾਰ ਤੋਂ ਛੁੱਟ ਜਾਵੇ, ਬਚ ਜਾਵੇਗਾ। ਤੇ ਬਾਕੀ ਸੰਸਾਰੀ ਰਾਜਿਆਂ ਦੀ ਆਪਾਂ ਗੱਲ ਕਰੀਏ, ਵੱਡੇ ਵੱਡੇ ਰਾਜੇ ਮਹਾਰਾਜੇ ਸੰਸਾਰ ਵਿੱਚ ਆਏ, ਸਮੇਂ ਸਮੇਂ ਅਨੁਸਾਰ ਉਹ ਸੰਸਾਰ ਤੋਂ ਕੂਚ ਕਰ ਗਏ। ਪਰ ਪਰਮੇਸ਼ਰ ਰੂਪੀ ਰਾਜਾ ਅੱਜ ਵੀ ਹੈ, ਪਿੱਛੇ ਵੀ ਹੈ, ਅੱਗੇ ਵੀ ਹੋਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਇੱਥੋਂ ਤੱਕ ਬਚਨ ਕਰਦੇ ਨੇ ਕਿ ਰਹਿਣ ਨ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ, ਜੀਵਤ ਵੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤੱਕ ਬਚਨ ਕਰਦੇ ਨੇ, ਕਹਿੰਦੇ ਵੱਡੇ ਵੱਡੇ ਦੇਵਤੇ ਇਤਿਆਦਿਕ ਜਿੰਨੇ ਵੀ ਹਨ, ਕਹਿੰਦੇ ਕੋਈ ਸੰਸਾਰ ਇੱਥੇ ਰਹਿਣ ਵਾਲਾ ਨਹੀਂ। ਮੁਨੀ ਜਨ ਜਿਨ੍ਹਾਂ ਮੌਨ ਧਾਰਨ ਕੀਤਾ ਹੋਇਆ, ਮੁਨਵਰ ਲੋਕ, ਕਹਿੰਦੇ ਉਹ ਵੀ ਭਾਈ ਸੰਸਾਰ ਤੋਂ ਕੂਚ ਕਰ ਰਹੇ ਨੇ। ਸਮੇਂ ਸਮੇਂ ਚਲੇ ਗਏ, ਬਾਕੀ ਚਲੇ ਜਾਣਗੇ। ਕਹਿੰਦੇ ਨੇ ਫਿਰ ਉਹ ਜਿਉਂਦੇ ਕੌਣ ਨੇ? ਕਹਿੰਦੇ ਉਹ ਜਿਉਂਦੇ ਜਿਨ੍ਹਾਂ ਨੇ ਹਰੀ ਦਾ ਨਾਮ ਧਿਆਣਾ ਕੀਤਾ, ਹਰੀ ਦਾ ਸਿਮਰਨ ਕੀਤਾ, ਉਹ ਸਦੀਵੀ ਕਾਲ ਹੀ ਜਿਉਂਦੇ ਨੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨਮੁਖ ਵੀ ਮਰਦਾ ਤੇ ਗੁਰਮੁਖ ਵੀ ਸੰਸਾਰ ਤੋਂ ਮਰਦਾ ਹੈ। ਯਾਦਾਂ ਸੰਸਾਰ ਵਿੱਚ ਰਹਿੰਦੀਆਂ ਦੁਨੀਆ ਦੇ ਲੋਕ, ਉਹਨਾਂ ਦੇ ਦਿਨ ਦਿਹਾੜੇ ਮਨਾਉਂਦੇ ਨੇ, ਯਾਦ ਕਰਦੇ ਨੇ। ਚੰਗੇ ਕਰਮ ਕਰਨ ਵਾਲਿਆਂ ਨੂੰ ਸਾਰੇ ਯਾਦ ਕਰਦੇ, ਤੇ ਮਾੜੇ ਕੰਮ ਕਰਨ ਵਾਲਿਆਂ ਨੂੰ ਯਾਦ ਕੀਤਾ ਜਾਂਦਾ ਹੈ, ਉਹਨਾਂ ਨੂੰ ਲਾਹਣਤਾਂ ਪੈਂਦੀਆਂ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਜਿਉਂਦੇ ਨੇ ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਣਾ ਕੀਤਾ, ਹਰੀ ਦੇ ਗੁਣ ਗਾ ਕੇ ਹਰੀ ਵਿੱਚ ਅਭੇਦ ਹੋਏ ਹਨ। ਇਹ ਹਰੀ ਕਹਿੰਦੇ ਕਿੱਥੋਂ? ਹਰੀ ਦਾ ਨਾਮ ਧਿਆਨ ਦਾ ਤਰੀਕਾ ਕੀ ਹੈ? ਸਾਧ ਸੰਗਤ, ਸਤ ਸੰਗਤ। ਸਤ ਸੰਗਤ ਵਿੱਚ ਬੈਠ ਕੇ ਹੀ ਹਰੀ ਦਾ ਨਾਮ ਜਪਿਆ ਜਾ ਸਕਦਾ। ਤੇ ਪਰ ਹੈ ਹਰੀ ਕਿਹੋ ਜਿਹਾ? ਤੇ ਪਾਤਸ਼ਾਹ ਕਹਿੰਦੇ ਉਹ ਹੈ ਨਿਰਭਉ, ਭੈ ਤੋਂ ਰਹਿਤ, ਡਰ ਤੋਂ ਰਹਿਤ। ਉਹਨੂੰ ਕਿਸੇ ਦਾ ਡਰ ਨਹੀਂ ਸਤਾਉਂਦਾ ਹੈ। ਦੂਜਾ ਸਰੂਪ ਸਤਿਗੁਰੂ ਜੀ ਨੇ ਬਿਆਨ ਕੀਤਾ ਨਿਰੰਕਾਰ। ਨਿਰੰਕਾਰ ਤੋਂ ਭਾਵ ਹੈ ਆਕਾਰ ਤੋਂ ਰਹਿਤ, ਜਿਹਦਾ ਕੋਈ ਆਕਾਰ ਨਾ ਹੋਵੇ। ਹੁਣ 84 ਲੱਖ ਜੂਨਾਂ ਪਰਮਾਤਮਾ ਨੇ ਬਣਾਈਆਂ, ਪਰ 84 ਲੱਖ ਜੂਨਾਂ ਦਾ ਗੁਰੂ ਸਰ ਆਕਾਰ ਹੈ। ਪਸ਼ੂ ਹੈ, ਪੰਛੀ ਹੈ, ਕੀੜੇ ਮਕੌੜੇ ਨੇ, ਮਨੁੱਖ ਹੈ, ਇਹਨਾਂ ਸਾਰਿਆਂ ਦੇ ਆਕਾਰ ਨੇ, ਸਰੀਰ ਨੇ। ਆਪਾਂ ਸ਼ੇਰ ਨੂੰ ਦੇਖਾਂਗੇ ਕਿ ਸ਼ੇਰ ਦਾ ਸਰੀਰ ਦੇਖ ਕੇ ਆਖ ਦੇਵਾਂਗੇ ਇਹ ਸ਼ੇਰ ਹੈ। ਊਂਠ ਦੇਖਿਆ ਕਹਾਂਗੇ ਊਂਠ ਦਾ ਸਰੀਰ ਦੇਖ ਕੇ ਆਖਾਂਗੇ ਇਹ ਊਂਠ ਹੈ। ਘੋੜੇ ਨੂੰ ਦੇਖਾਂਗੇ ਕਹਿੰਦੇ ਘੋੜਾ ਹੈ, ਇਹ ਨਾਮ ਰੱਖੇ ਹੋਏ ਨੇ। ਤੇ ਮਨੁੱਖ ਨੂੰ ਦੇਖਦੇ ਕਹਿੰਦੇ ਇਹ ਮਨੁੱਖ ਹੈ। ਇੱਕ ਦੂਜੇ ਨੂੰ ਦੇਖ ਕੇ ਆਖ ਦਿੰਦੇ ਨਾ ਕਿ ਇਹ ਮਨੁੱਖ ਹੈ, ਕੀੜਾ ਮਕੌੜਾ ਹੈ, ਇਤਿਆਦਿਕ ਜੋ ਜਿਹੋ ਜਿਹੇ ਨਾਮ ਰੱਖੇ ਉਹਦੇ ਮੁਤਾਬਕ ਦਾ ਨਾਮ ਲੈਂਦੇ ਆ। ਪਰ ਜਿਹਦਾ ਕੋਈ ਆਕਾਰ ਹੀ ਨਹੀਂ ਹੈ, ਉਸ ਪਰਮਾਤਮਾ ਦਾ ਆਪਾਂ ਨਾਮ ਕਿਵੇਂ ਲੈ ਸਕਾਂਗੇ, ਕਿਵੇਂ ਵਰਣਨ ਕਰ ਸਕਾਂਗੇ? ਇਹ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ। ਪੁੱਛੋ ਸਤਿਗੁਰੂ ਜੀ ਨੂੰ। ਸਤਿਗੁਰੂ ਕਹਿੰਦੇ ਨੇ ਚੱਕਰ ਚਿਹਨ ਅਰ ਵਰਨ ਜਾਤ, ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ, ਭੇਖ ਕੋ ਕਹਿ ਨ ਸਕਤ ਕਹੇ, ਅਚਲ ਮੂਰਤ ਅਨਪੋ ਪ੍ਰਕਾਸ਼, ਅਮ ਤੋਜ ਕਹਿਜੈ।
कोट इंद्र इंद्राण साहे साहान गणिजै त्रिभवन महीप सुर नर असुर नेत नेत बण तृण कहत त्वै सर्ब नाम कथा कबन कर्म नाम बरनत सुमत। हे परमात्मा तेरे नाम बेअंत ने, मैं किहड़े किहड़े कथन करना करा। तो इस करके परमात्मा एक अखंड सुरजोत है जो गुरु सर कदे भी समाप्त होने वाला नहीं, जिहदे बाबत गुरु कलगीधर पातशाह महाराज बचन करते ने कि जिमी जमान के समस्त एक जोत है। जिमी जमान के समस्त एक जोत है, ना घाट है ना बाध है, ना घाट बाध होत है। ना घटदी है ना वाधी है, वाध घाट नहीं हुंदा, एक जोत अखंड जोत वो जगदी है, सारियां विच जगदी है। ये नहीं एक थां ते जगदी है, जोत एक है पर वो जग रही सारियां विच, जीव जंतुआं दे विच। जिवें एक दीवे तो आपां लखां दीवे हज़ारां दीवे बाल सकते हैं ना, इसे तरह परमात्मा एक है। उन्हें अपने नाम का प्रकाश करने वास्ते, खेड खेडन वास्ते ये जीव जंतु बनाए। इन्हां जीवां दे विच गुरु सर परमात्मा ने अपनी अखंड जोत जगा दी। इस तरह वो परमात्मा खेड खेड रहा है। पर वो परिपूर्ण परमात्मा वाहिगुरु है किहो जी है, कहते निरंकार, का कोई आकार नहीं है। अब पढ़ते हैं ना गुरु साहबान के बच्चा रोजाना ही नित नियम दियां साड़ियाँ बन 2 समय पढ़ते हैं, अमृत वेले भी पढ़ते हैं तो शाम नूं महाराज बचन करते ने कि निरंकार निर्विकार निर्लंब आद अनील अनाद असंभ। कि वाहिगुरु आप जी निरंकार आकार तो रहत हो, निर्विकार ते आप जी विकारां तो रहत हो। आकार तो रहत, विकार विकार आप जी दे बनाए हुए ने, पर है विकारां तो रहत हो। ते इसे तरह निर्लंब दुनिया दे संसार विच हर एक मनुख नूं, हर एक जीव नूं किसे ना किसे दा आसरा है। कोई किसी का आसरा तो किसी का आसरा तकदा है। जिवें बरखा तो बचण दे लई आपां एक मकान का एक छत का आसरा लैंदे हैं। फौजी लोग ने जंग युद्ध वेले उन्होंने मोर्चे लाए हुंदे ने, मोर्चों का आसरा लैके वो दुश्मनों के नाल मुकाबला करते हैं। ये आसरा हो गया। धुप तो बचण दे लई आपां छतरी का आसरा लैंदे हैं। जे ज़्यादा धुप हो, आम तौर तो देखते हैं बजुर्ग जो तुरते हैं ना धुप दे विच, छतरी 2 समय वरती जाती है। एक तो जो बरखा तो बचण लई, दूजा बजुर्ग लोग जो तुरते ने वो अपने को छतरी रखते हैं ताकि जी सानू धुप है, धुप सानू सतावे ना। ये आसरा हो गया। बहुत मनुख बीमार होया, बीमार होने वेले दवाई लई डॉक्टर को गया तो डॉक्टर एक आसरा हो गया। अगों जो डॉक्टर ने दवाई दी है वो दवाई खाधी तो मनुख के मन में विश्वास जाग गया कि इस दवाई नूं खाण नाल मैं ठीक हो जावांगा। तो वो दवाई भी मनुख लई एक आसरा बन गई। भाव कहण दा हर एक नूं किसे ना किसे दा आसरा है, पर परमात्मा निर्लंब है, उन्होंने किसी का आसरा नहीं, वो आसरे तो रहता है। ताइयों गुरु ग्रंथ साहब महाराज बचन करते हैं कि किस ही कोई कोय
ਮਾਂਝ ਨਿਮਾਣੀ ਇੱਕ ਤੂੰ। हे ਵਾਹਿਗੁਰੂ, ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ ਹੈ, ਪਰ ਮੈਨੂੰ ਨਿਵਾਣੀ ਜਿੰਦ ਨੂੰ ਮੇਰੇ ਮਾਲਕ ਜੀ ਤੇਰਾ ਹੀ ਆਸਰਾ ਹੈ, ਤੇਰੇ ਉੱਤੇ ਵਿਸ਼ਵਾਸ ਹੈ ਬਸ। ਇਸ ਪ੍ਰਕਾਰ ਗੁਰੂ ਸਵਾਰੇ ਉਹ ਪਰਮਾਤਮਾ ਨਿਰਲੰਭ ਹੈ, ਉਹਨੂੰ ਕਿਸੇ ਦਾ ਆਸਰਾ ਨਹੀਂ। ਤੇ ਇੱਥੇ ਸਤਿਗੁਰੂ ਬਚਨ ਕਰਦੇ ਨੇ, ਕਹਿੰਦੇ ਉਹ ਪਰਮਾਤਮਾ ਨਿਰੰਕਾਰ ਆਕਾਰ ਤੋਂ ਰਹਿਤ ਹੈ, ਨਿਰਭਉ ਹੈ, ਤੇ ਸਤਿਨਾਮ, ਉਹਦਾ ਨਾਮ ਸਤ ਹੈ, ਉਹ ਪ੍ਰਸਿੱਧ ਹੈ, ਉਹ ਸਦਾ ਕਾਇਮ ਰਹਿਣ ਵਾਲਾ। ਬਾਕੀ ਸੰਸਾਰ ਜਿਹੜਾ ਬਣਿਆ ਹੋਇਆ, ਜੀਵ ਜੰਤੂ ਬਣੇ ਨੇ, ਇਹ ਫਾਨੀ ਨੇ, ਨਾਸ਼ਵੰਤ ਨੇ, ਪਰ ਪਰਿਪੂਰਨ ਪਰਮਾਤਮਾ ਸਦੀਵੀ ਕਾਲੀ ਸਤ ਹੈ। ਆਦਿ ਸਤੇ ਜੁਗਾਦ ਸਤੇ, ਸਦਾ ਸਤ ਸਤੇ, ਉਹ ਸਦੀਵੀ ਕਾਲੀ ਸਤ ਹੈ। ਤੇ ਐਸੇ ਪਰਮੇਸ਼ਰ ਦਾ ਸਰੂਪ ਸਤਿਗੁਰੂ ਵਰਣਨ ਕਰਦੇ ਨੇ, ਕਹਿੰਦੇ ਜਗ ਮਹਿ ਸ੍ਰੇਸ਼ਟ ਊਤਮ ਕਾਮ। ਇਸ ਜਗ ਮੈਂ, ਜਗ ਦੇ ਵਿੱਚ ਸਭ ਤੋਂ ਜਿਹੜਾ ਸ਼੍ਰੇਸ਼ਟ ਕੰਮ ਕੀ ਹੈ? ਕਹਿੰਦੇ ਪਰਮਾਤਮਾ ਦਾ ਨਾਮ ਜਪਣਾ, ਪਰਮਾਤਮਾ ਦੀ ਬੰਦਗੀ ਕਰਨੀ, ਅਸਲ ਵਿੱਚ ਇਹੀ ਕੰਮ ਹੈ। ਹੁਣ ਬੰਦਗੀ ਕਰਨ ਤੋਂ ਭਾਵ ਕੀ ਹੈ? ਕਿ ਮਨੁੱਖ ਆਪਣੇ ਕਾਰ ਵਿਹਾਰ ਤਿਆਗ ਦੇਵੇ, ਕੰਮ ਧੰਦਾ ਛੱਡ ਦੇਵੇ? ਨਹੀਂ, ਬੰਦਗੀ ਕਰਨੀ ਹੈ ਤੇ ਨਾਲ ਆਪਣੇ ਦਸਾਂ ਨੋਹਾਂ ਦੀ ਕਿਰਤ ਵੀ ਕਰਨੀ ਹੈ। ਕਿਰਤ ਵੀ ਨਾਲ ਕਰਨੀ ਹੈ, ਕਿਰਤ ਕਰਦਿਆਂ ਹੋਇਆਂ ਉਸ ਮਾਲਕ ਨੂੰ ਚੇਤੇ ਰੱਖਣਾ। ਤੇ ਜਦੋਂ ਅਸੀਂ ਇਸ ਤਰ੍ਹਾਂ ਆਪਣੇ ਜੀਵਨ ਨੂੰ ਬਤੀਤ ਕਰਾਂਗੇ, ਫਿਰ ਜਗਤ ਦੇ ਵਿੱਚ ਗੁਰੂ ਸਰ ਇਹ ਸਭ ਤੋਂ ਸ੍ਰੇਸ਼ਟ ਕੰਮ ਹੈ। ਨਾਮ ਜਪਣਾ, ਬੰਦਗੀ ਕਰਨੀ, ਆਪ ਜਪੈ ਅਵਰੈ ਨਾਮ ਜਪਾਵੈ, ਇਹੋ ਜਿਹੀ ਅਵਸਥਾ ਦੇ ਧਾਰਨੀ ਬਣਨਾ। ਹੁਣ ਸਤਿਗੁਰ ਦੇ ਚਰਨਾਂ ਸਵਾਲ ਕਰਦਾ ਕਿ ਪਾਤਸ਼ਾਹ ਜੀ, ਆਪ ਜੀ ਨੇ ਇਹ ਬਚਨ ਤਾਂ ਕਰ ਦਿੱਤੇ ਕਿ ਭਾਈ ਜਗਤ ਦੇ ਵਿੱਚ ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ ਕਰਮ ਕੀ ਹੈ? ਪਰਮਾਤਮਾ ਦਾ ਨਾਮ ਜਪਣਾ। ਪਰ ਸਤਿਗੁਰੂ ਨਾਮ ਜਪਣ ਦੇ ਨਾਲ ਹੁੰਦਾ ਕੀ ਹੈ? ਆਪ ਜੀ ਕਿਰਪਾ ਕਰਕੇ ਦੱਸੋ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਅਗਲੇ ਪੰਕਤੀ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਹਨ। ਦੁਸ਼ਮਨ ਦੂਤ ਜਮ ਠੇਹ ਮਾਰੋ, ਹਰ ਸੇਵਕ ਨੇੜ ਨ ਜਾਈ ਜੀਓ। ਜਿਹੜੇ ਨਾਮ ਜਪਦੇ ਨੇ, ਬੰਦਗੀ ਕਰਦੇ ਹਨ, ਉਹਨਾਂ ਦੇ ਜਿੰਨੇ ਵੀ ਦੁਸ਼ਮਨ ਦੂਤ, ਦੁਸ਼ਮਨ ਕਿਹੜੇ ਨੇ? ਇੱਕ ਪ੍ਰਤੱਖ ਤੌਰ 'ਤੇ ਮਨੁੱਖ ਦੇ ਦੁਸ਼ਮਣ ਬਣ ਜਾਂਦੇ ਨੇ, ਮਿੱਤਰ ਵੀ ਹੁੰਦੇ ਨੇ ਤੇ ਦੁਸ਼ਮਣ ਵੀ ਹੁੰਦੇ ਹਨ। ਤੇ ਦੁਸ਼ਮਣਾਂ ਤੋਂ ਮਨੁੱਖ ਆਪਣੇ ਆਪ ਨੂੰ ਬਚਾਉਂਦਾ ਹੈ। ਜਿਵੇਂ ਦੁਨਿਆਵੀ ਦੁਸ਼ਮਣਾਂ ਤੋਂ ਮਨੁੱਖ ਆਪਣੇ ਆਪ ਨੂੰ ਬਚਾਉਂਦਾ ਹੈ, ਇਸੇ ਤਰ੍ਹਾਂ ਮਨੁੱਖ ਦੇ ਅੰਦਰ ਅੰਤਰੀਵ ਦੁਸ਼ਮਣ ਨੇ। ਉਹ ਕਿਹੜੇ ਦੁਸ਼ਮਣ ਨੇ? ਉਹ ਸਾਡੇ ਵਿਸ਼ੇ, ਸਾਡੇ ਅੰਦਰ ਜਿਹੜੇ ਗੁਰੂ ਸਰ ਇਹ 5 ਐਬ ਨੇ, ਕਾਮ, ਕ੍ਰੋਧ ਅਰ ਲੋਭ ਮੋਹ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜੀਵ ਦੇ ਦੁਸ਼ਮਣ ਨੇ। ਇਹਨਾਂ ਫਿਰ ਇਹ ਜਮਕਾਲ ਦੀ ਨਿਆਈ ਹਨ। ਇਹਨਾਂ ਨੂੰ ਫਿਰ ਉਹ ਜਿਹੜਾ ਨਾਮ ਜਪਣ ਵਾਲਾ ਠੇਹ ਮਾਰੋ, ਇਹਨਾਂ ਨੂੰ ਖਤਮ ਕਰ ਦਿੰਦਾ, ਮਾਰ ਦਿੰਦਾ ਹੈ। ਤੇ ਇਹ ਜਿਹੜੇ ਜਮਦੂਤ ਨੇ ਨਾ 5, ਫਿਰ ਉਸ ਜੀਵ ਦੇ ਇਹ ਨੇੜੇ ਨਹੀਂ ਜਾਂਦੇ। ਇਹ ਸੱਚ ਹੈ, ਕਿਉਂਕਿ ਗੁਰੂ ਸਵਾਰਿਓ ਨਾਮ ਜਪ ਆਮ ਤੌਰ 'ਤੇ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਪ੍ਰਤੱਖ ਤੌਰ 'ਤੇ ਦੁਨਿਆਵੀ ਦੁਸ਼ਮਣ ਵੀ ਗੁਰੂ ਸਜੀਵ ਦਾ ਬਾਲ ਵਿੰਗਾ ਨਹੀਂ ਕਰ ਸਕਦੇ। ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਨਾਲ ਨਾਰਾਇਣ ਮੇਰਾ, ਜਮਦੂਤ ਨਾ ਆਵੈ ਨੇਰੈ। ਕਿ ਜਿਹਦੇ ਨਾਲ ਉਹ ਮਾਲਕ ਹੁੰਦਾ ਨਾ, ਉਹਦੇ ਫਿਰ ਜਮਦੂਤ, ਇਹ 5 ਦੂਤ ਇਤਿਆਦਿਕ ਜਿਹੜੇ ਜਮਜਮ ਨੇ, ਉਹ ਨੇੜੇ ਨਹੀਂ ਆਉਂਦੇ ਹਨ। ਹੁਣ ਇਸੇ ਤਰ੍ਹਾਂ ਹੀ ਦੇਖੋ
ਸਤਿਗੁਰੂ ਜੀ ਇੱਥੋਂ ਤੱਕ ਬਚਨ ਕਰਦੇ ਨੇ। ਰੱਖਿਆ ਦੇ ਸ਼ਬਦ ਵਿੱਚ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ। ਸਹਿਸਕ੍ਰਿਤੀ ਨਾਮ ਬਾਣੀ ਦਾ ਸ਼ਬਦ ਹੈ ਕਿ ਜਿਹੜੇ ਨਾਮ ਜਪਦੇ ਨੂੰ ਕੀ ਕੀ ਪ੍ਰਾਪਤ ਹੁੰਦਾ ਹੈ। ਤੇ ਸਤਿਗੁਰੂ ਬਚਨ ਕਰਦੇ ਹਨ, ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਰ ਹੈ, ਸਰਬ ਰੱਖਿਆ ਗੁਰ ਦਿਆਲੈ, ਭੈ ਦੁਖ ਵਿਨਾਸ਼ਨ ਹੈ। ਗੁਰੂ ਸਾਹਿਬਾਨ ਜੀ ਕਹਿੰਦੇ ਭਾਈ ਉਹ ਮਾਲਕ ਜਿਹੜੇ ਨਾਮ ਜਪਦੇ ਬੰਦਗੀ ਕਰਦੇ ਨੇ ਨਾ, ਤੇ ਪਰਮਾਤਮਾ ਉਹਨਾਂ ਦੇ ਸੀਸ ਉੱਤੇ ਆਪਣਾ ਕਿਰਪਾ ਰੂਪੀ ਪ੍ਰਤੱਖ ਹੱਥ ਰੱਖਦਾ ਹੈ ਤੇ ਉਹਨਾਂ ਦੇ ਸਰੀਰ ਦੀ ਹਸਤ ਕਾਇਆ ਰੱਖਿਆ ਪਰਮੇਸ਼ਰ ਹੈ। ਕਾਇਆ ਦਾ ਅਰਥ ਸਰੀਰ, ਹੱਥ ਦੇ ਕੇ ਉਹਨਾਂ ਦੇ ਸਰੀਰ ਦੀ ਵੀ ਰੱਖਿਆ ਕਰਦਾ ਹੈ। ਆਦਿ ਵਿਆਧੀ ਉਪਾਧੀ ਰੋਗ ਤੋਂ ਪਰਮਾਤਮਾ ਬਚਾ ਲੈਂਦਾ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਇੱਥੋਂ ਤੱਕ ਜਿੱਥੇ ਸਰੀਰ ਦੀ ਰੱਖਿਆ ਪਰਮਾਤਮਾ ਕਰਦਾ, ਉੱਥੇ ਜਿਹੜੀ ਗੁਰੂ ਸਾਹਿਬ ਸਾਡੀ ਜਿੰਦ ਹੈ ਆਤਮਾ, ਉਹਦੀ ਆਤਮਾ ਦੀ ਵੀ ਉਹ ਰੱਖਿਆ ਜਿਹੜਾ ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲਾ ਸਾਰਿਆਂ ਦਾ ਸੁਆਮੀ ਮਾਲਕ ਹੈ, ਉਹ ਰੱਖਣ ਵਾਲਾ ਹੈ। ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਤੇ ਦੁਨਿਆਵੀ ਧਨ ਸੰਪਦਾ ਦੀ ਵੀ ਰੱਖਿਆ ਪਾਲਕ ਕਰਦਾ ਹੈ। ਤੇ ਗੁਰੂ ਸਵਾਰੇ ਇੰਨੀ ਤਾਕਤ ਹੈ ਨਾਮ ਦੇ ਵਿੱਚ, ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ, ਹਰ ਸੇਵਕ ਨੇੜ ਨਾ ਜਾਈ ਜੀ। ਸੇਵਕਾਂ ਦੇ ਕਹਿੰਦੇ ਫਿਰ ਉਹ ਬਿਲਕੁਲ ਨੇੜੇ ਨਹੀਂ ਜਾਂਦੇ ਹਨ। ਜਿਸ ਉੱਪਰ ਹਰ ਕਾ ਮਨ ਮਾਨਿਆ, ਸੋ ਸੇਵਕ ਚੌਹ ਜੁਗ ਚੌਹ ਕੁੰਟ ਜਾਣਿਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਸ ਉੱਪਰ, ਜਿਹਦੇ ਉੱਤੇ ਕਹਿੰਦੇ ਹਰੀ ਪਰਮਾਤਮਾ ਦਾ ਮਨ ਮਾਨਿਆ, ਹਰੀ ਪਰਮਾਤਮਾ ਦਾ ਨਾਮ ਜਪਣ ਜੀ ਦਾ ਮਨ ਬਣ ਗਿਆ, ਜਿਹਦੇ ਉੱਤੇ ਮਾਲਕ ਦੀ ਹਰੀ ਦੀ ਬਖਸ਼ਿਸ਼ ਹੋ ਗਈ, ਕਿਰਪਾ ਹੋ ਗਈ ਮਾਲਕ ਦੀ। ਕਹਿੰਦੇ ਫਿਰ ਉਹ ਸੇਵਕ ਕਿਹੋ ਜਿਹਾ ਹੋ ਜਾਂਦਾ? ਉਹ ਸੇਵਕ ਚੌਹ ਜੁਗ, ਚਾਰੇ ਜੁਗਾਂ ਵਿੱਚ, ਚੌਹ ਕੁੰਟ, ਚਾਰੇ ਕੁੰਟਾਂ ਦੇ ਵਿੱਚ, ਭਾਵ ਸਾਰੀਆਂ ਦਿਸ਼ਾਵਾਂ, 10 ਦੇਸ਼ਾਂ ਵਿੱਚ ਤੇ ਸਾਰੀਆਂ ਥਾਵਾਂ ਤੇ ਉਸ ਮਨੁੱਖ ਨੂੰ, ਉਸ ਪਿਆਰੇ ਨੂੰ ਜਾਣਿਆ ਜਾਂਦਾ, ਉਹਦਾ ਸਤਿਕਾਰ ਹੁੰਦਾ ਹੈ। ਹੁਣ ਦੇਖੋ ਆਪਾਂ ਇਤਿਹਾਸ ਪੜ੍ਹਦੇ ਹਾਂ, ਕਿੰਨੇ ਗੁਰੂ ਸਾਹਿਬਾਨ ਦੇ ਭਗਤ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 2 ਪ੍ਰਕਾਰ ਦੇ ਭਗਤਾਂ ਦੀ ਗੱਲ ਕੀਤੀ ਗਈ ਹੈ। ਇੱਕ ਭਗਤ ਉਹ ਨੇ ਜਿਨ੍ਹਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਜਿਨ੍ਹਾਂ ਦੀ ਗਿਣਤੀ ਆਪਾਂ 15 ਤੱਕ ਕਰਦੇ ਹਾਂ ਕਿ 15 ਭਗਤਾਂ ਦੀ ਗਿਣਤੀ, 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਜਿੱਥੇ 15 ਭਗਤਾਂ ਦੀ ਗੱਲ ਕੀਤੀ ਗਈ ਹੈ, ਉੱਥੇ ਹੋਰ ਭਗਤ ਉਹ ਨੇ ਜਿਨ੍ਹਾਂ ਦੀ ਬਾਣੀ ਨਹੀਂ ਦਰਜ। ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਨਹੀਂ ਹੈ, ਪਰ ਉਹਨਾਂ ਭਗਤਾਂ ਦਾ ਨਾਮ ਸਤਿਗੁਰੂ ਜੀ ਨੇ ਬਾਰ-ਬਾਰ ਲਿਆ ਹੈ, ਗੁਰੂ ਸਾਹਿਬਾਨਾਂ ਲਿਆ। ਕਿਉਂ ਲਿਆ? ਕਿਉਂਕਿ ਉਹਨਾਂ ਨੇ ਬੰਦਗੀ ਕੀਤੀ ਹੈ। ਬਹੁਤ ਸਾਰੇ ਭਗਤਾਂ ਦਾ ਨਾਮ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਜਿਨ੍ਹਾਂ ਦੀ ਬਾਣੀ ਦਾ ਉਦਾਹਰਨਾਂ ਦਿੱਤੀਆਂ ਗਈਆਂ ਨੇ। ਦੇਖੋ ਸੋਦਰ ਪੜ੍ਹਦੇ ਸ਼ਾਮ ਵੇਲੇ, ਤੇ ਸੋਦਰ ਵਿੱਚ ਪਾਤਸ਼ਾਹ ਕਹਿੰਦੇ ਨੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤਲੇ ਛਡਾਇਆ। ਹੁਣ ਨਾਮਦੇਵ ਦੀ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈਗੀ ਹੈ, ਪਰ ਪ੍ਰਹਿਲਾਦ ਦੀ ਨਹੀਂ ਹੈ। ਪਰ ਸਭ ਤੋਂ ਵੱਧ ਜਦੋਂ ਜੇਕਰ ਦੇਖਿਆ ਬਾਣੀ ਨੂੰ ਪੜ੍ਹੀਏ ਨਾ, ਧਰੂ ਤੇ ਪ੍ਰਹਿਲਾਦ ਦਾ ਬਹੁਤ ਵਾਰ ਜ਼ਿਕਰ ਆਇਆ ਹੈ। ਕਾਰਨ ਕੀ ਹੈ? ਹੁਣ ਦੇਖੋ ਕਿੱਥੇ ਸਤਿਯੁਗ, ਕਿੱਥੇ ਕਲਯੁਗ ਦਾ ਸਮਾਂ।
ਸਤਿਯੁਗ ਦੇ ਸਮੇਂ ਦੇ ਭਗਤ ਜੀ ਸੰਸਾਰ ਵਿੱਚ ਆਏ ਨੇ, ਪਰ ਅੱਜ ਵੀ ਆਪਾਂ ਯਾਦ ਕਰਦੇ ਹਾਂ। ਸ਼ਬਦ ਅਮਰ ਨੇ, ਗੁਰਬਾਣੀ ਅਮਰ ਹੈ। ਰਹਿੰਦੀ ਦੁਨੀਆ ਤੱਕ ਬਾਣੀ ਰਵੇਗੀ, ਰਹਿੰਦੀ ਦੁਨੀਆ ਤੱਕ ਗੁਰੂ ਸਵਾਰਿਓ ਇਹਨਾਂ ਭਗਤਾਂ ਦੇ ਨਾਮ ਅਮਰ ਰਹਿਣਗੇ। ਇਹ ਹੈ ਸੋ ਸੇਵਕ ਚੌਹ ਜੁਗ ਚੌਹ ਕੁਟ ਜਾਣੇ ਆ। ਹੋਰ ਦੇਖੋ, ਸਤਿਗੁਰੂ ਜੀ ਇੱਥੋਂ ਤੱਕ ਉਦਾਹਰਨ ਦਿੰਦੇ ਨੇ। ਪੁੱਛਿਆ ਸਤਿਗੁਰਾਂ ਦੇ ਭਾਈ ਨਾਮ ਜਪੋ, ਬੰਦਗੀ ਕਰੋ। ਸਵਾਲ ਕਰਤਾ ਕਿ ਪਾਤਸ਼ਾਹ ਕਿਵੇਂ ਜਪਣਾ? ਤੇ ਪਾਤਸ਼ਾਹ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਨੇ ਜਪਿਆ, ਪ੍ਰਹਿਲਾਦ ਨੇ ਜਪਿਆ, ਕਹਿੰਦੇ ਭਾਈ ਇਸ ਤਰ੍ਹਾਂ ਜਪੋ। ਹੁਣ ਧਰੂ ਦਾ ਨਾਂ ਤਾਂ ਨਹੀਂ, ਗੁਰੂ ਧਰੂ ਦੀ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਹੀਂ ਹੈ, ਪਰ ਦੇਖੋ ਗੁਰੂ ਗ੍ਰੰਥ ਸਾਹਿਬ ਬਾਰ-ਬਾਰ ਉਦਾਹਰਣ ਦਿੱਤੀ ਗਈ। ਇੱਥੋਂ ਤੱਕ ਗੁਰੂ ਘਰ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੇ ਵੀ ਧਰੂ ਦਾ ਨਾਮ ਆਪਣੀਆਂ 12 ਵਿੱਚ ਲੈਣਾ ਕਿ ਧਰੂ ਹੱਸਦਾ ਘਰ ਆਇਆ। ਆਪ ਜੀ ਨੇ ਇਹ ਕਈ ਵਾਰ ਸਰਵਣ ਕੀਤੀ ਹੈ। ਤੇ ਗੁਰੂ ਸਵਾਰਿਓ ਕਹਿਣ ਦਾ ਭਾਵ ਹੈ ਕਿ ਉਹ ਪਿਆਰੇ ਅਮਰ ਹੋ ਜਾਂਦੇ ਨੇ ਜਿਹੜੇ ਪ੍ਰਭੂ ਦੇ ਸੇਵਕ ਨੇ। ਉਹ ਚੌਹ ਜੁਗਾਂ ਦੇ ਵਿੱਚ, ਚੌਹ ਕੁੰਟਾਂ ਦੇ ਵਿੱਚ ਉਹ ਜਾਣੇ ਜਾਂਦੇ ਹਨ। ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ, ਮਾਣ ਸਨਮਾਨ ਉਹਨਾਂ ਨੂੰ ਗੁਰੂ ਸਵਾਰਿਓ ਹਰ ਸਮੇਂ ਪ੍ਰਾਪਤ ਹੁੰਦਾ ਹੈ। ਜੇ ਉਸ ਕਾ ਬੁਰਾ ਕਹਿ ਕੋਈ ਪਾਪੀ, ਤਿਸ ਜਮ ਕੰਕਰ ਖਾਈ ਜੀਓ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜੇਕਰ ਕੋਈ ਪਾਪੀ ਇਨਸਾਨ, ਪਾਪ ਕਰਨ ਵਾਲਾ, ਜਿਹਨੂੰ ਪਾਪ ਚੰਗੇ ਲੱਗਦੇ ਨੇ, ਰੱਬ ਦੇ ਪਿਆਰਿਆਂ ਦਾ, ਭਗਤਾਂ ਦਾ, ਗੁਰਮੁਖਾਂ ਦਾ ਬੁਰਾ ਕਰਨਾ ਚਾਹਵੇ ਨਾ, ਕਹਿੰਦੇ ਸੱਚ ਜਾਣਿਓ ਰੱਬ ਦੇ ਪਿਆਰਿਆਂ ਦਾ ਬੁਰਾ ਨਹੀਂ ਹੁੰਦਾ। ਉਹਨਾਂ ਜਿੰਨੀ ਮਰਜ਼ੀ ਨੂੰ ਨਿੰਦਿਆ ਕਰੀ ਜਾਵੇ, ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ, ਤੇ ਪਰ ਉਹ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨੂੰ ਬਤੀਤ ਕਰਦੇ ਨੇ, ਉਹਨਾਂ ਦਾ ਗੁਰੂ ਸਾਹਿਬ ਭਲਾ ਹੀ ਹੁੰਦਾ ਹੈ। ਪਰ ਜਿਹੜਾ ਪਾਪੀ ਇਨਸਾਨ ਹੈ ਉਹਨੂੰ ਜਮ ਕੰਕਰ ਖਾਈ ਜੀ। ਜਿਹੜੇ ਮਾੜੇ ਮੋਟੇ ਚੰਗੇ ਕੰਮ ਕੀਤੇ ਹੁੰਦੇ ਨੇ, ਜਮ ਕੰਕਰ, ਜਮਾਂ ਜਿਹੜੇ ਜਮ ਦੇ ਜਮਾਂ ਦੂਤ ਹੁੰਦੇ ਨੇ ਨਾ, ਜਮ ਦੇ ਦੂਤ, ਉਹ ਰਾਹ ਵਿੱਚ ਹੀ ਖਾ ਲੈਂਦੇ ਨੇ। ਉਹਨਾਂ ਨੂੰ ਨਰਕਾਂ ਦਾ ਅਧਿਕਾਰੀ ਬਣਨਾ ਪੈਂਦਾ ਹੈ। ਦੇਖੋ ਜਦੋਂ ਜਿਸ ਵਕਤ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਕੀ ਬਡਾਲੀ ਵਿਖੇ ਜਾ ਕੇ ਬਿਰਾਜਮਾਨ ਹੋ ਗਏ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਉੱਤੇ ਪ੍ਰਿਥੀ ਚੰਦ ਸਤਿਗੁਰ ਦਾ ਵੱਡਾ ਭਰਾਤਾ ਸੀ, ਉਹਨੇ ਸੁਲਹੀ ਖਾਂ ਨੂੰ ਰਿਸ਼ਵਤ ਦੇ ਕੇ ਭੇਜਣਾ ਕੀਤਾ ਕਿ ਤੂੰ ਜਾ ਕੇ ਮੇਰਾ ਸਤਿਗੁਰੂ ਨੂੰ ਬਦਲਾ ਲੈਣਾ ਕਰ, ਮੈਨੂੰ ਗੁਰੂ ਪਦਵੀ ਦਿਵਾਣਾ ਕਰ, ਗੁਰੂ ਅਰਜਨ ਦੇਵ ਮਹਾਰਾਜ ਨੂੰ ਖਤਮ ਕਰ। ਸੁਲਹੀ ਖਾਂ ਚੜ੍ਹ ਕੇ ਆ ਰਹੇ ਆ, ਆਪ ਜੀ ਇਤਿਹਾਸ ਤੋਂ ਭਲੀ ਭਾਂਤ ਜਾਣੂ। ਸੁਲਹੀ ਖਾਂ ਚੜ੍ਹ ਕੇ ਆਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਤੱਕ ਖਬਰ ਪਹੁੰਚੀ। ਸਿੱਖ ਕਹਿਣ ਲੱਗੇ ਪਾਤਸ਼ਾਹ ਸੁਲਹੀ ਖਾਂ ਆ ਰਹੇ ਆ, ਆਪਾਂ ਇੰਝ ਕਰੀਏ ਦੋ ਮਨੁੱਖ ਭੇਜ ਦਈਏ। ਪਹਿਲਾਂ ਇੰਝ ਕਰੀਏ ਇੱਕ ਪੱਤਰਕਾਰ ਭੇਜੀਏ ਸੁਲਹੀ ਖਾਂ ਦਾ, ਉਹਨੂੰ ਅਸਲੀਅਤ ਪਤਾ ਲੱਗ ਜਾਵੇ। ਇਹ ਕਹਿਣ ਲੱਗੇ ਨਹੀਂ ਪਾਤਸ਼ਾਹ ਦੋ ਮਨੁੱਖ ਭੇਜ ਦਈਏ। ਤੇ ਜੋ ਦੋ ਮਨੁੱਖ ਭੇਜਾਂਗੇ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇਗਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਕਹਿੰਦੇ ਪਰਮਾਤਮਾ ਨਹੀਂ ਭਾਈ, ਮੈਂ ਤਾਂ ਪਰਮਾਤਮਾ ਦੇ ਉੱਤੇ ਛੱਡ ਦਿੱਤੀ, ਪਰਮਾਤਮਾ ਦੀ ਬੰਦਗੀ ਕਰ ਰਿਹਾ ਤੇ ਪਰਿਪੂਰਨ ਪਰਮਾਤਮਾ ਹੀ ਮੇਰੀ ਰੱਖਿਆ ਕਰੇਗਾ, ਮੇਰੀ ਸਹਾਇਤਾ ਕਰੇਗਾ। ਹੋਇਆ ਕੀ, ਸੁਲਹੀ ਖਾਂ ਪ੍ਰਿਥੀ ਚੰਦ ਦੇ ਘਰ ਪਹੁੰਚਿਆ
ਪ੍ਰਿਥੀ ਚੰਦ ਨੇ ਆਪਣੇ ਹੇਹਰ ਪਿੰਡ ਦੇ ਵਿੱਚ ਆਵਾ ਲਾਇਆ ਹੋਇਆ ਤੇ ਸੁਲਹੀ ਖਾਂ ਨੂੰ ਕਹਿਣ ਲੱਗਿਆ, ਮੇਰੇ ਮਿੱਤਰਾ, ਤੂੰ ਮੇਰਾ ਮਿੱਤਰ ਆ, ਆਹ ਤੈਨੂੰ ਦਿਖਾਵਾਂ ਮੇਰੇ ਲੱਗਿਆ ਹੋਇਆ ਆਵਾ। ਕਹਿੰਦੇ ਸੁਲਹੀ ਖਾਂ ਗੁਰੂ ਸਵਾਰਿਓ ਜਦੋਂ ਘੋੜੇ ਉੱਤੇ ਸਵਾਰ ਹੋ ਕੇ ਆਵਾ ਦੇਖਣ ਲਈ ਗਿਆ, ਉਹ ਭੱਠਾ ਜਿਹੜਾ ਆਵਾ ਸੀ ਉਹ ਬਲ ਰਿਹਾ ਸੀ। ਜਦੋਂ ਘੋੜਾ ਕੋਲ ਗਿਆ, ਘੋੜਾ ਐਸਾ ਤ੍ਰਭਕਿਆ, ਘੋੜੇ ਨੇ ਛਾਲ ਮਾਰੀ ਤੇ ਗੁਰੂ ਸਵਾਰਿਓ ਸੁਲਹੀ ਖਾਂ ਦੇ ਸਮੇਤ ਘੋੜਾ ਸੜ ਕੇ ਸੁਆਹ ਹੋ ਗਿਆ, ਖਤਮ ਹੋ ਗਿਆ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੱਕ ਇਹ ਖਬਰ ਪਹੁੰਚੀ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਸ ਸਮੇਂ ਫਿਰ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ ਤੇ ਸਤਿਗੁਰੂ ਜੀ ਕਹਿਣ ਲੱਗੇ, ਪਾਤਸ਼ਾਹ ਸੁਲਹੀ ਖਾਂ ਖਤਮ ਹੋ ਗਿਆ, ਆਪ ਵਿੱਚ ਸੜ ਕੇ ਨਪਾਕ ਹੋ ਕੇ ਮਰ ਗਿਆ। ਕਿਉਂਕਿ ਮੁਸਲਮਾਨ ਮਤ ਅਨੁਸਾਰ ਜੇ ਮੁਸਲਮਾਨ ਨੂੰ ਸਾੜਿਆ ਜਾਵੇ, ਕਹਿੰਦੇ ਇਹ ਨਪਾਕ ਅਪਵਿੱਤਰ ਹੋ ਗਿਆ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਸਮੇਂ ਇਹ ਸਿਹਰਾ ਪਰਮੇਸ਼ਰ ਨੂੰ ਦੇਣਾ ਕੀਤਾ। ਕਹਿਣ ਲੱਗੇ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ। ਕੁਠਾਰ ਦਾ ਅਰਥ ਹੈ ਕੁਹਾੜਾ। ਕਹਿੰਦੇ ਪਰਮਾਤਮਾ ਨੇ, ਖਸਮ ਪਰਮਾਤਮਾ ਨੇ ਹੁਕਮ ਰੂਪੀ ਕੁਹਾੜਾ ਕੱਢਿਆ, ਚੁੱਕਿਆ, ਹੁਕਮ ਰੂਪੀ ਕੁਹਾੜਾ ਚੁੱਕ ਕੇ ਕਹਿੰਦੇ ਸੁਲਹੀ ਖਾਂ ਦਾ ਸਿਰ ਕੱਟ ਦਿੱਤਾ, ਮਨ ਉਹਨੂੰ ਖਤਮ ਕਰਤਾ, ਉਹਦੀ ਮੌਤ ਹੋ ਗਈ। ਜਿਹੜਾ ਸੁਲਹੀ ਖਾਂ ਆਪਣੀਆਂ ਫੌਜਾਂ ਉੱਤੇ ਮਾਣ ਕਰਦਾ ਸੀ, ਜਿਹੜਾ ਕਹਿੰਦਾ ਸੀ ਕਿ ਮੈਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਾ ਕੇ ਜੂੰਦਿਆਂ ਪਕੜਨਾ, ਥੋੜ੍ਹੇ ਸਮੇਂ 'ਚ ਖਤਮ ਕਰਕੇ ਮੈਂ ਪ੍ਰਿਥੀ ਚੰਦ ਨੂੰ ਗੱਦੀ ਉੱਤੇ ਬਿਠਾ ਦਿਆਂਗਾ। ਤੇ ਸਤਿਗੁਰੂ ਕਹਿੰਦੇ ਫਿਰ ਉਹ ਦੇਖੋ ਸੁਲਹੀ ਖਾਂ, ਕਹਿੰਦੇ ਪਰਮਾਤਮਾ ਨੇ ਖਿਣ ਮਾਤਰ ਵਿੱਚ ਹੀ ਖਤਮ ਕਰ ਦਿੱਤਾ। ਖਿਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ, ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਮੰਦਾ ਹੀ ਚਿਤਵਦਾ ਸੀ, ਮੰਦਾ ਹੀ ਕੰਮ ਕਰਦਾ ਸੀ, ਇਹਦੇ ਵਿੱਚ ਹੀ ਖਚਤ ਸੀ। ਜਿਸ ਪਰਮਾਤਮਾ ਨੇ ਪੈਦਾ ਕੀਤਾ ਉਸ ਪਰਮਾਤਮਾ ਦਾ ਕਦੇ ਸ਼ੁਕਰ ਨਹੀਂ ਕੀਤਾ, ਮਨ ਦੀਆਂ ਮਰਜ਼ੀਆਂ ਕਰਦਾ ਫਿਰਦਾ ਸੀ। ਕਹਿੰਦੇ ਜਿਸ ਨੇ ਰਚਨਾ ਕੀਤੀ ਉਹਨਾਂ ਹੀ ਦੀਨਾ ਧਾਕ, ਉਹਨਾਂ ਹੀ ਗੁਰੂ ਸਵਾਰਿਓ ਉਸ ਨੂੰ ਖਤਮ ਕਰਦਾ, ਮੁਕਾ ਦਿੱਤਾ। ਕਹੋ ਨਾਨਕ ਤਿਸ ਪ੍ਰਭ ਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਬਾਕ। ਮੈਂ ਉਸ ਪ੍ਰਭੂ ਤੋਂ ਸਦਕੇ ਹਾਂ, ਕੁਰਬਾਨ ਹਾਂ। ਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਜਨ ਦਾ ਵਾਕ ਬਚਨ ਪੂਰਾ ਕਰ ਦਿੱਤਾ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ ਨਾ, ਸੁਲਹੀ ਖਾਂ ਚੜ੍ਹ ਕੇ ਆ ਰਿਹਾ, ਪਰ ਸੁਲਹੀ ਖਾਂ ਸਾਡੇ ਤੱਕ ਪਹੁੰਚ ਨਹੀਂ ਸਕੇਗਾ। ਉਹ ਬਚਨ ਸੱਤ ਹੋਏ ਗੁਰੂ ਸਾਹਿਬਾਨ ਦੇ, ਤੇ ਸਤਿਗੁਰੂ ਫਿਰ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ। ਹੁਣ ਆਪਾਂ ਆਪਣੇ ਮਨਾਂ ਵੱਲ ਝਾਤੀਆਂ ਮਾਰੀਏ, ਜੇਕਰ ਕੁਦਰਤੀ ਤੌਰ 'ਤੇ ਸਾਡਾ ਕੋਈ ਬਚਨ ਸੱਤ ਹੋ ਜਾਵੇ, ਆਪਾਂ ਮੁੱਖੋਂ ਬੋਲੀਏ, ਉਹ ਬੋਲ ਸਾਡੇ ਸੱਚ ਹੋ ਜਾਣ, ਚੰਗਾ ਕੰਮ ਆਪਾਂ ਕਰ ਲਈ, ਲੋਕਾਂ 'ਚ ਸਾਨੂੰ ਮਾਣ ਸਨਮਾਨ ਮਿਲੇ, ਆਪਾਂ ਫਿਰ ਮਾਣ ਕਰਦੇ ਫਿਰਦੇ ਹਾਂ ਕਿ ਮੈਂ ਆਹ ਕਰ ਦਿੱਤਾ, ਮੇਰੇ ਬੋਲ ਸੱਚ ਹੋਣ ਲੱਗ ਪਏ, ਅਤੇ ਆਪਾਂ ਹੰਕਾਰੀ ਹੋ ਜਾਂਦੇ ਹਾਂ। ਪਰ ਪ੍ਰਮਾਤਮਾ ਦੇ ਗੁਰੂ ਸਾਹਿਬਾਨ ਸਿੱਖਿਆ ਲਵੋ, ਸੁਲਹੀ ਖਾਂ ਮਰਿਆ, ਸੁਲੱਭੀ ਖਾਂ ਮਰਿਆ, ਅਤੇ ਸਤਿਗੁਰੂ ਗੁਰੂ ਸਵਾਰਿਓ ਉਸ ਸਮੇਂ ਪਰਮੇਸ਼ਰ ਦਾ ਧੰਨਵਾਦ ਕਰਦੇ ਕਿ ਪਰਮਾਤਮਾ ਤੇਰਾ ਧੰਨਵਾਦ ਹੈ, ਤੇ ਮੇਰੇ ਬਚਨ ਸੱਤ ਕਰਾ ਦਿੱਤੇ, ਤੂੰ ਹੀ ਕਰਨ ਵਾਲਾ ਸਭ ਕੁਛ। ਇਸ ਤਰ੍ਹਾਂ ਗੁਰੂ ਸਵਾਰਿਓ ਜਿਹੜੇ ਪਰਮਾਤਮਾ ਦੇ ਪਿਆਰਿਆਂ ਦਾ ਕੋਈ ਬੁਰਾ ਕਰਦਾ ਚਾਹੁੰਦਾ ਨਾ, ਕੋਈ ਪਾਪੀ ਇਨਸਾਨ, ਉਹਨਾਂ ਨੂੰ ਜਮ ਕੰਕਰ ਖਾਈ ਜੀਓ। ਜਮ ਕੰਕਰ ਉਹਨਾਂ ਨੂੰ ਖਾ ਲੈਣ, ਜਮਦੂਤ ਉਹਨਾਂ ਨੂੰ ਖਤਮ ਕਰ ਦਿੰਦੇ ਹਨ। ਸਭ ਮੈਂ ਏਕ ਨਿਰੰਜਨ ਕਰਤਾ, ਸਭ ਕਰ ਕਰ ਵੇਖੈ ਆਪਣੇ ਚਲਤਾ। ਸਭ ਮੈਂ, ਸਾਰਿਆਂ ਦੇ ਵਿੱਚ ਇੱਕ ਨਿਰੰਜਨ, ਇੱਕ ਪਰਮੇਸ਼ਰ ਹੈ। ਨਿਰੰਜਨ ਮਾਇਆ ਦੀ ਕਾਲਕ ਤੋਂ ਰਹਿਤ, ਨਿਰਲੇਪ,
ਮਾਇਆ ਉਹਦੀ ਪੈਦਾ ਕੀਤੀ ਹੋਈ ਹੈ, ਪਰ ਹੈ ਨਿਰਲੇਪ ਹੈ। ਉਹ ਨਿਰੰਜਨ, ਉਹ ਵਾਹਿਗੁਰੂ ਜੋ ਕਰਤਾ ਹੈ, ਕਰਨ ਵਾਲਾ ਹੈ। ਸਭ ਕਰ ਕਰ ਵੇਖੈ ਆਪਣੇ ਚਲਤਾ, ਜੀਵਾਂ ਨੂੰ ਪੈਦਾ ਕਰਕੇ ਤੇ ਜੀਵਾਂ ਪਾਸੋਂ ਗੁਰੂ ਸਰੇ ਉਹ ਕਾਰਜ ਕਰਾ ਰਿਹਾ। ਕਿਸੇ ਤੋਂ ਚੰਗੇ ਕੰਮ, ਕਿਸੇ ਤੋਂ ਮਾੜੇ ਕੰਮ ਕਰਾ ਰਿਹਾ। ਕਹਿੰਦੇ ਇਹ ਸਾਰੀਆਂ ਪਰਮਾਤਮਾ ਦੀ ਖੇਡਾਂ ਨੇ, ਉਹਦੇ ਚਲਤ ਨੇ, ਉਹਦੇ ਕੌਤਕ ਨੇ। ਆਪਣੇ ਕੌਤਕਾਂ ਨੂੰ ਉਹ ਆਪ ਹੀ ਵੇਖ ਰਿਹਾ ਹੈ। ਜਿਸ ਹਰ ਰਾਖੈ ਤਿਸ ਕੌਣ ਮਾਰੈ, ਜਿਸ ਕਰਤਾ ਆਪ ਛਡਾਈ ਜੀਓ। ਹੁਣ ਗੁਰੂ ਸਾਹਿਬਾਨ ਜੀ ਅਗਲੀ ਪੰਕਤੀ ਕਿਰਪਾ ਕਰਦੇ ਨੇ ਕਿ ਜਿਸ ਹਰ ਰਾਖੈ, ਜਿਸ ਨੂੰ ਹਰੀ ਪਰਮਾਤਮਾ ਰੱਖਦਾ ਹੋਵੇ ਨਾ, ਉਹਨੂੰ ਕੌਣ ਮਾਰ ਸਕਦਾ। ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਏ। ਉਹਨੂੰ ਕੌਣ ਮਾਰ ਸਕਦਾ? ਕੋਈ ਨਹੀਂ ਮਾਰ ਸਕਦਾ। ਪਰਮੇਸ਼ਰ ਤੋਂ ਬਿਨਾਂ ਗੁਰੂ ਸਰ ਕੋਈ ਕਿਸੇ ਨੂੰ ਨਹੀਂ ਮਾਰਦਾ। ਜੀਵ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਜੇ ਮਨੁੱਖ ਦੀ ਉਮਰ ਵਧੀ ਹੋਈ ਹੈ, ਜੀਵ ਦੀ ਉਮਰ ਵਧੀ ਹੋਈ ਹੈ, ਦੁਸ਼ਮਣ ਜਿੰਨੇ ਮਰਜ਼ੀ ਨੁਕਸਾਨ ਪਹੁੰਚਾਉਣ ਦੀ, ਖਤਮ ਕਰਨ ਦੀ ਕੋਸ਼ਿਸ਼ ਕਰੇ, ਤਾਂ ਉਹ ਜੀਵ ਖਤਮ ਨਹੀਂ ਹੋ ਸਕਦਾ ਹੈ। ਪਰ ਲੋੜ ਹੈ ਡਾਢੇ ਉੱਤੇ ਵਿਸ਼ਵਾਸ ਕਰਨ ਦੀ। ਜਿਹਨੂੰ ਡਾਢੇ ਉੱਤੇ ਵਿਸ਼ਵਾਸ ਹੈ, ਡਾਢੇ ਉੱਤੇ ਭਰੋਸਾ ਹੈ, ਫਿਰ ਬਾਕੀ ਗੁਰੂ ਸਰ ਉਹਦਾ ਬਾਲ ਵਿੰਗਾ ਨਹੀਂ ਹੁੰਦਾ ਹੈ। ਪਰਮਾਤਮਾ ਰੱਖਿਆ ਕਰਦਾ ਹੈ। ਕਿਵੇਂ ਰੱਖਿਆ ਕਰਦਾ? ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਕਿ ਰੱਖੇ ਰੱਖਣਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਿਆਲ ਮਨੋ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵਜਲ ਤਾਰਿਅਨ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ, ਤਿਸ ਸਾਹਿਬ ਕੀ ਟੇਕ। ਉਹਨਾਂ ਜੀਵਾਂ ਦੇ ਸਾਰੇ ਦੁੱਖ ਚਲੇ ਜਾਂਦੇ ਜਿਨ੍ਹਾਂ ਨੂੰ ਇੱਕ ਸਾਹਿਬ ਦੀ ਟੇਕ ਹੋਵੇ, ਮਾਲਕ ਦੀ ਟੇਕ ਹੋਵੇ। ਤੇ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿਸ ਹਰ ਰਾਖੈ, ਜਿਹਨੂੰ ਹਰੀ ਪਰਮਾਤਮਾ ਰੱਖੇ ਨਾ, ਤਿਸ ਕੌਣ ਮਾਰੈ, ਉਹਨੂੰ ਕੌਣ ਮਾਰ, ਕੋਈ ਨਹੀਂ ਖਤਮ ਕਰ ਸਕਦਾ। ਜਿਸ ਕਰਤਾ ਆਪ ਛਡਾਈ, ਜਿਸ ਨੂੰ ਕਰਤਾ ਵਾਹਿਗੁਰੂ ਆਪ ਛਡਾਉਂਦਾ ਹੋਵੇ ਜਮਾਂ ਦੀ ਮਾਰ ਤੋਂ, ਭਾਈ ਉਹਨੂੰ ਕੌਣ ਮਾਰ ਸਕਦਾ ਹੈ। ਹੋ ਆਂਦਿਨ ਨਾਮ ਲਈ ਕਰਤਾਰੇ, ਜਿਨ ਸੇਵਕ ਭਗਤ ਸਭੇ ਨਿਸਤਾਰੇ। ਹੋ ਆਂਦਿਨ, ਦਿਨੇ ਰਾਤ ਮੈਂ ਕਰਤਾਰ ਦੇ ਨਾਮ ਦਾ, ਕਰਤਾਰ ਦਾ ਨਾਮ ਲੈਂਦਾ ਹਾਂ, ਵਾਹਿਗੁਰੂ ਦਾ ਨਾਮ ਲੈ। ਇਹ ਭਾਈ ਦਿਨ ਰਾਤ ਹਰੀ ਦੇ ਨਾਮ ਦਾ, ਹਰੀ ਪਰਮਾਤਮਾ ਦਾ ਨਾਮ ਲੈਣਾ ਕਰ, ਜਪਣਾ ਕਰ ਹਰੀ ਨੂੰ। ਮੈਂ ਵੀ ਉਸ ਮਾਲਕ ਦਾ ਨਾਮ ਜਪਦਾ ਹਾਂ, ਤੁਸੀਂ ਭਾਈ ਜਪੋ। ਜਿਨ ਸੇਵਕ ਭਗਤ ਸਭੇ ਨਿਸਤਾਰੇ, ਜਿਨ੍ਹਾਂ ਨੇ ਆਪਣੇ ਸੇਵਕਾਂ ਦਾ, ਆਪਣੇ ਭਗਤਾਂ ਦਾ, ਸਾਰਿਆਂ ਦਾ ਨਿਸਤਾਰੇ ਪਾਰ ਉਤਾਰਾ ਕਰ ਦਿੱਤਾ ਹੈ। ਨਾਮ ਵਿੱਚ ਇੰਨੀ ਤਾਕਤ ਹੈ ਗੁਰੂ ਸਵਾਰਿਓ। ਜਦੋਂ ਜੀਵ ਨਾਮ ਜਪਦਾ ਨਾ, ਤੇ ਬਾਕੀ ਪਰਮਾਤਮਾ ਫਿਰ ਰੱਖਿਆ ਕਰਦਾ, ਪਰਮਾਤਮਾ ਬਾਂਹ ਪਕੜਦਾ ਹੈ। ਕਿਉਂਕਿ ਸਤਿਗੁਰ ਦਾ ਮੁੱਢ ਕਦੀਮਾਂ ਤੋਂ ਇਹ ਸੁਭਾਅ ਹੈ ਕਿ ਆਪਣੇ ਸੇਵਕ ਹੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਾਹਾਂ ਤਾਹਾਂ ਉਠ ਧਾਵੈ। ਸੇਵਕੋ ਨਿਕਟੀ ਹੋਏ ਦਿਖਾਵੈ। ਨਿਕਟ ਵਰਤੀ ਹੋ ਕੇ ਗੁਰੂ ਸਰ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ। ਇਸ ਕਰਕੇ ਉਹ ਮਾਲਕ ਜਿਹਨੇ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਦਾ ਪਾਰ ਉਤਾਰਾ ਕਰ ਦਿੱਤਾ, ਮੈਂ ਭਾਈ ਇਸੇ ਮਾਲਕ ਦਾ ਨਾਮ ਲੈਂਦਾ ਹਾਂ। 10 8 4 ਵੇਦ ਸਭ ਪੁੱਛੋ, ਜਨ ਨਾਨਕ ਨਾਮ ਛਡਾਈ ਜੀਓ। 10 8, 10 ਤੇ 8 ਪਲੱਸ 18 ਹੋ ਗਏ। 18 ਪੁਰਾਣ, 4 ਵੇਦ ਇਤਿਆਦਿਕ ਹੋਰ ਜਿੰਨੇ ਵੀ ਧਰਮ ਗ੍ਰੰਥ ਨੇ। ਕਹਿੰਦੇ ਉਹਨਾਂ ਨੂੰ ਪੁੱਛ ਕੇ ਦੇਖੋ ਭਾਈ। ਪੁੱਛਣ ਤੋਂ ਭਾਵ ਕੀ ਹੈ?
ਪੁੱਛਣ ਤੋਂ ਭਾਵੇਂ ਹੈ ਕਿ ਉਹਨਾਂ ਨੂੰ ਪੜ੍ਹ ਕੇ ਬਾਚ ਕੇ ਦੇਖੋ, ਸਮਝੋ। ਉਹ ਇਹੀ ਆਖਣਗੇ ਕਿ ਜਨ ਨਾਨਕ ਨਾਮ ਛਡਾਈ ਜੀਓ, ਕਿ ਜਿਵੇਂ ਨਾਨਕ ਗੁਰੂ ਜੀ ਉਚਾਰਨ ਕਰਦੇ ਨੇ ਕਿ ਜਨ ਨਾਨਕ ਨੂੰ ਜਿਵੇਂ ਪਰਮੇਸ਼ਰ ਦਾ ਨਾਮ ਹੀ ਛਡਾਉਣ ਵਾਲਾ, ਜਮਾਂ ਦੀ ਮਾਰ ਤੋਂ ਮੁਕਤ ਕਰਨ ਵਾਲਾ ਹੈ, ਇਸੇ ਤਰ੍ਹਾਂ ਇਹ ਵੀ 4 ਵੇਦ ਵੀ 18 ਪੁਰਾਣ ਵੀ ਇਹੀ ਆਖਦੇ ਨੇ ਕਿ ਨਾਮ ਜਪ ਕੇ ਜੀਵ ਤੇਰਾ ਪਾਰ ਉਤਾਰਾ ਹੋਣਾ ਹੈ। ਆਪਾਂ ਪੜ੍ਹਦੇ ਹਾਂ ਨਾ ਸਤਿਗੁਰੂ ਦੇ ਬਚਨ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਕਿ ਨਾਮ ਤੋਂ ਬਿਨਾਂ ਜਿੰਨੀਆਂ ਗੱਲਾਂ ਕਰਨੀਆਂ ਨੇ ਇਹ ਸਾਰਾ ਗੋਝਾਪਨ ਓਛਾ ਪਾਉਣਾ ਹੀ ਹੈ, ਨਾਮ ਜਪ ਕੇ ਹੀ ਪਾਰ ਉਤਾਰਾ ਹੋਣਾ ਹੈ। ਇਹ ਗੁਰੂ ਸਵਾਰਿਓ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਹਨ, ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਹੋ ਅਨ ਦਿਨ ਨਾਮ ਲਈ ਕਰਤਾਰੇ, ਜਿਨ ਸੇਵਕ ਭਗਤ ਸਭੇ ਨਿਸਤਾਰੇ। 10 8 4 ਵੇਦ ਸਭ ਪੂਛੋ, ਜਨ ਨਾਨਕ ਨਾਮ ਛਡਾਈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ